ਪਿਆਰੇ ਵਿਦਿਆਰਥੀਓ, ਅੱਜ ਆਪਾਂ ਪੰਜਾਬੀ ਦੇ ਬਹੁਤ ਹੀ ਸਮਰੱਥ ਅਤੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਬਾਰੇ ਗੱਲਬਾਤ ਕਰਾਂਗੇ। ਅਸੀਂ ਉਹਨਾਂ ਦੇ ਕਹਾਣੀ ਸੰਗ੍ਰਹਿ ਮੇਰੀਆਂ ਸ੍ਰੇਸ਼ਟ ਕਹਾਣੀਆਂ ਬਾਰੇ ਚਰਚਾ ਕਰਾਂਗੇ। ਕਹਾਣੀਆਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਅਸੀਂ ਕੁਲਵੰਤ ਸਿੰਘ ਵਿਰਕ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਹਾਸਲ ਕਰ ਲਈਏ। ਮਾਰਚ 1921 ਈਸਵੀ ਵਿੱਚ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖੂਪੁਰਾ ਵਿਖੇ ਸਰਦਾਰ ਆਸਾ ਸਿੰਘ ਦੇ ਘਰ ਸਰਦਾਰ ਕੁਲਵੰਤ ਸਿੰਘ ਵਿਰਕ ਦਾ ਜਨਮ ਹੋਇਆ। ਮੁੱਢਲੀ ਸਿੱਖਿਆ ਉਹਨਾਂ ਨੇ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਬਾਅਦ ਵਿੱਚ ਫੋਰਮੈਨ ਕ੍ਰਿਸਚਨ ਕਾਲਜ ਤੋਂ BA, ਖਾਲਸਾ ਕਾਲਜ ਤੋਂ MA ਅਤੇ ਲਾਅ ਕਾਲਜ ਲਾਹੌਰ ਤੋਂ LLB ਦੀ ਡਿਗਰੀ ਹਾਸਲ ਕੀਤੀ। ਬੇਸ਼ੱਕ ਉਹ ਵਿਦੇਸ਼ੀ ਭਾਸ਼ਾ ਦੇ ਸਾਹਿਤ ਦੀ ਪੜ੍ਹਾਈ ਕਰ ਰਿਹਾ ਸੀ, ਕਿਉਂਕਿ ਅੰਗਰੇਜ਼ੀ ਦੀ ਹੀ ਉਹਨਾਂ ਨੇ MA ਕੀਤੀ ਸੀ, ਪਰ ਛੁੱਟੀਆਂ ਵਿੱਚ ਆ ਕੇ ਮੱਝਾਂ ਚਰਾਉਣ, ਖੇਤੀ ਦੇ ਕਾਰਜ ਵਿੱਚ ਵੀ ਉਹ ਘਰ ਵਾਲਿਆਂ ਦਾ ਹੱਥ ਵਟਾਉਂਦਾ ਸੀ, ਜਿਸ ਦਾ ਅਨੁਭਵ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਅਸੀਂ ਵੇਖ ਸਕਦੇ ਹਾਂ। ਨੌਕਰੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਫੌਜ ਵਿੱਚ ਨੌਕਰੀ ਕੀਤੀ, ਪਰੰਤੂ ਲੜਾਈ ਖਤਮ ਹੋਣ 'ਤੇ ਉਹਨਾਂ ਨੇ ਇਸ ਫੌਜੀ ਅਫਸਰ ਦੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ। ਦੇਸ਼ ਦੀ ਵੰਡ ਤੋਂ ਬਾਅਦ ਉਹ ਮੁੜ ਤਿਆਗ ਪੱਤਰ ਵਿਭਾਗ ਵਿੱਚ ਲਾਇਜ਼ਾ ਅਫਸਰ ਦੇ ਤੌਰ 'ਤੇ ਕਾਰਜ ਕਰਦਾ ਰਿਹਾ। ਇਸੇ ਤਰ੍ਹਾਂ ਉਹਨਾਂ ਦੀ ਕਹਾਣੀ ਰਚਨ ਪਿੱਛੇ ਜੋ ਪ੍ਰੇਰਨਾ ਦਾ ਮੂਲ ਸਰੋਤ ਰਿਹਾ, ਉਹ ਕਾਲਜ ਵਿੱਚ ਪੜ੍ਹਦੇ ਹੋਏ ਉੱਥੋਂ ਦੇ ਰਸਾਲੇ ਵਿੱਚ ਉਹਨਾਂ ਤੋਂ ਲਿਖਣ ਦੀ ਮੰਗ ਕੀਤੀ ਗਈ ਤਾਂ ਉਹਨਾਂ ਨੇ ਇੱਕ ਕਹਾਣੀ ਦੀ ਰਚਨਾ ਕੀਤੀ। ਕੁਲਵੰਤ ਸਿੰਘ ਵਿਰਕ ਦੀਆਂ ਰਚਨਾਵਾਂ ਨੂੰ ਜੇਕਰ ਅਸੀਂ ਦੇਖੀਏ ਤਾਂ ਉਹਨਾਂ ਨੇ ਕੇਵਲ ਕਹਾਣੀਆਂ ਦੀ ਰਚਨਾ ਕੀਤੀ ਆ ਅਤੇ ਕਹਾਣੀ ਸਾਹਿਤ ਦੇ ਵਿੱਚ ਉਹਨਾਂ ਨੇ ਭਰਪੂਰ ਯੋਗਦਾਨ ਪਾਇਆ, ਜਿਸ ਤਹਿਤ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਚਾਚਾ ਨਵੰਬਰ 1944 ਵਿੱਚ ਛਪਿਆ। ਸ਼ਾਹ ਬੇਲਾ ਕਹਾਣੀ ਸੰਗ੍ਰਹਿ 1950 ਵਿੱਚ ਛਪਿਆ। ਧਰਤੀ ਤੇ ਆਕਾਸ਼ ਕਹਾਣੀ ਸੰਗ੍ਰਹਿ 1951 ਵਿੱਚ ਛਪਿਆ। ਤੂੜੀ ਦੀ ਪੰਡ 1954 ਵਿੱਚ। ਏਕਸ ਕੇ ਹਮ ਬਾਰਕ 1955 ਵਿੱਚ। ਦੁੱਧ ਦਾ ਛੱਪੜ 1957 ਵਿੱਚ। ਦੁੱਧ ਦਾ ਛੱਪੜ ਕਹਾਣੀ ਸੰਗ੍ਰਹਿ ਉੱਪਰ ਉਹਨਾਂ ਨੂੰ 1957 ਵਿੱਚ ਭਾਸ਼ਾ ਵਿਭਾਗ ਵੱਲੋਂ ਇਨਾਮ ਵੀ ਦਿੱਤਾ ਗਿਆ। ਇਸੇ ਤਰ੍ਹਾਂ ਨਵੇਂ ਲੋਕ ਕਹਾਣੀ ਸੰਗ੍ਰਹਿ 1967 ਵਿੱਚ, ਜਿਸ ਦੇ ਉੱਪਰ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ਅਸਤਵਾਜੀ ਕਹਾਣੀ ਸੰਗ੍ਰਹਿ 1984 ਵਿੱਚ ਛਪਿਆ। ਕੁਲਵੰਤ ਸਿੰਘ ਵਿਰਕ ਪੰਜਾਬੀ ਦਾ ਅਜਿਹਾ ਦੂਸਰਾ ਕਹਾਣੀਕਾਰ ਹੈ ਜਿਸ ਨੂੰ ਉਸ ਦੇ ਕਹਾਣੀ ਸੰਗ੍ਰਹਿ ਨਵੇਂ ਲੋਕ ਉੱਤੇ 1969 ਈਸਵੀ ਵਿੱਚ ਸਾਹਿਤ ਅਕਾਦਮੀ ਦਾ ਸਰਵੋਤਮ ਇਨਾਮ ਪ੍ਰਾਪਤ ਹੋਇਆ। ਇਸੇ ਤਰ੍ਹਾਂ ਵਿਦਿਆਰਥੀਓ, ਅਸੀਂ ਦੇਖਦੇ ਹਾਂ ਕਿ ਕੁਲਵੰਤ ਸਿੰਘ ਵਿਰਕ ਵਰਗੀਆਂ ਕਹਾਣੀਆਂ ਭਾਵੇਂ ਹੋਰ ਵੀ ਹਨ, ਜਿਵੇਂ ਨਾਨਕ ਸਿੰਘ ਦੀ ਭੂਆ ਕਹਾਣੀ ਹੈ, ਚਰਨ ਸਿੰਘ ਸ਼ਹੀਦ ਦੀ ਠਾਣੇਦਾਰੀ ਕਹਾਣੀ ਹੈ। ਇਸੇ ਤਰ੍ਹਾਂ ਸੁਜਾਨ ਸਿੰਘ ਦੀ ਰਾਸ ਲੀਲਾ ਕਹਾਣੀ ਹੈ। ਸੰਤ ਸਿੰਘ ਸੇਖੋਂ ਦੀ ਅਨੋਖ ਸਿੰਘ ਦੀ ਬਹੁਤੀ ਕਹਾਣੀ ਹੈ। ਇਹ ਉਹ ਕਹਾਣੀਆਂ ਹਨ ਜੋ ਅਸੀਂ ਪੜ੍ਹੀਆਂ ਅਤੇ ਸਾਡੇ ਚੇਤਿਆਂ ਦਾ ਹਿੱਸਾ ਬਣੀਆਂ ਹੋਈਆਂ ਹਨ। ਪਰ ਫਿਰ ਵੀ ਇੱਕ ਕਹਾਣੀਕਾਰ ਦੇ ਤੌਰ 'ਤੇ ਕੁਲਵੰਤ ਸਿੰਘ ਵਿਰਕ ਵਰਗਾ ਕਹਾਣੀਕਾਰ ਹੋਰ ਕੋਈ ਵੀ ਨਹੀਂ। ਉਹ ਆਪਣੀ ਮਿਸਾਲ ਆਪ ਹੈ। ਉਸਦੀ ਪਹਿਲੀ ਕਹਾਣੀ ਚਾਚਾ 1945 ਈਸਵੀ ਵਿੱਚ ਛਪੀ ਸੀ ਅਤੇ ਉਸ ਦਾ ਆਖਰੀ ਕਹਾਣੀ ਸੰਗ੍ਰਹਿ ਅਸਤਵਾਜੀ 1984 ਵਿੱਚ। 1984 ਤੋਂ ਪਿੱਛੋਂ ਉਸਨੇ ਬਹੁਤ ਘੱਟ ਕਹਾਣੀਆਂ ਲਿਖੀਆਂ। 40 ਕੁ ਵਰ੍ਹਿਆਂ ਵਿੱਚ ਉਸਦੀ ਕਹਾਣੀ ਕਲਾ ਸਿਮਟੀ ਹੋਈ ਹੈ। ਵਿਰਕ ਦੀਆਂ ਕਹਾਣੀਆਂ ਸ਼ਾਹ ਵੇਲਾ, ਕਸ਼ਟ ਨਿਵਾਰਨ, ਊਠ, ਇਹ ਪ੍ਰਗਤੀਵਾਦੀ ਜਾਂ ਆਧੁਨਿਕਵਾਦੀ ਪੰਜਾਬੀ ਕਹਾਣੀ ਦੀ ਢਾਲ ਅਨੁਸਾਰ ਬੇਸ਼ੱਕ ਢਲੀਆਂ ਹੋਣ, ਪਰੰਤੂ ਇਹ ਆਪਣੀ ਨੁਹਾਰ ਆਪ ਰੱਖਦੀਆਂ ਹਨ। ਵਿਰਕ ਦੀ ਕਹਾਣੀ ਕਲਾ ਦੀ ਵਿਲੱਖਣਤਾ ਦਾ ਰਾਜ ਇਹ ਹੈ ਕਿ ਉਸਨੂੰ ਕਹਾਣੀ ਦੀ ਆਤਮਾ ਦੀ ਪਛਾਣ ਹੈ। ਕਹਾਣੀ ਦੀ ਆਤਮਾ ਦਾ ਸੰਬੰਧ ਸਧਾਰਨ ਮਨੁੱਖ ਦੀ ਸਧਾਰਨਤਾ ਦੇ ਸੁਹਜ ਨਾਲ ਹੈ। ਵਿਰਕ ਇਸ ਸੁਹਜ ਦਾ ਦਰਸ਼ਕ ਵੀ ਹੈ, ਮਾਨਣਹਾਰ ਵੀ ਹੈ ਅਤੇ ਸਿਰਜਣਹਾਰ ਵੀ। ਉਸਨੇ ਆਪਣੀ ਪਹਿਲੀ ਕਹਾਣੀ ਚਾਚਾ ਵਿੱਚ ਕਹਾਣੀ ਕਲਾ ਦਾ ਜਿਹੜਾ ਮਿਆਰ ਕਾਇਮ ਕਰ ਲਿਆ, ਉਸ ਉੱਤੇ ਉਹ ਕਾਇਮ ਰਿਹਾ। ਉਹਦੀ ਕਹਾਣੀ ਕਲਾ ਦਾ ਪੱਧਰ ਹਮੇਸ਼ਾ ਇੱਕੋ ਰਿਹਾ ਹੈ, ਪਰ ਇਹ ਪੱਧਰ ਇੰਨਾ ਉੱਚਾ ਹੈ
ਕਿ ਉਸ ਦੀ ਕਹਾਣੀ ਵਿਚਲੇ ਸੁਹਜ ਦੇ ਅਹਿਸਾਸ ਲਈ ਗਹਿਰੀ ਅਤੇ ਸੂਖਮ ਸੁਹਜ ਦ੍ਰਿਸ਼ਟੀ ਦੀ ਜ਼ਰੂਰਤ ਹੈ। ਕੁਲਵੰਤ ਸਿੰਘ ਵਿਰਕ ਨੇ ਪਿੰਡਾਂ ਦੀ ਜੱਟ ਕਿਸਾਨੀ ਬਾਰੇ ਅਤੇ ਸ਼ਹਿਰੀ ਮੱਧ ਵਰਗ ਬਾਰੇ ਬਹੁਤੀਆਂ ਕਹਾਣੀਆਂ ਲਿਖੀਆਂ ਹਨ। ਉਹਨਾਂ ਦੀਆਂ ਕਹਾਣੀਆਂ ਵਿਚਲਾ ਸਧਾਰਨ ਮਨੁੱਖ ਸ਼ੋਸ਼ਿਤ ਦਲਿਤ ਮਨੁੱਖ ਨਹੀਂ, ਔਰ ਨਾ ਹੀ ਉਲਾਰਾ ਵਿਸ਼ਾਦਗ੍ਰਸਤ ਮਨੁੱਖ। ਇਹ ਮਨੁੱਖਤਾ ਦੇ ਸਦੀਵੀ ਸਰਵ ਸਾਂਝੇ ਅਤੇ ਸਰਵ ਵਿਆਪੀ ਸੁਭਾਅ ਦਾ ਪ੍ਰਤੀਨਿਧ ਮਨੁੱਖ ਹੈ। ਵਿਰਕ ਦੀ ਕਲਾ ਦ੍ਰਿਸ਼ਟੀ ਨੂੰ ਇਹ ਮਨੁੱਖ ਵਜੋਂ ਹੀ ਪ੍ਰਵਾਨ ਹੈ, ਕਿਸੇ ਆਦਰਸ਼ਕ ਜਾਂ ਬਚਿੱਤਰ ਵਿਅਕਤੀ ਵਜੋਂ ਨਹੀਂ। ਇਹੀ ਕਾਰਨ ਆ ਕਿ ਇਹ ਸਧਾਰਨ ਮਨੁੱਖ ਆਪਣੀਆਂ ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ ਆਪਣੇ ਸਿਰਜਣਹਾਰ ਦੀ ਹਮਦਰਦੀ ਅਤੇ ਮੋਹ ਦਾ ਪਾਤਰ ਬਣਿਆ ਰਹਿੰਦਾ ਹੈ। ਮਿਸਾਲ ਵਜੋਂ ਉਸ ਦੀ ਪਹਿਲੀ ਕਹਾਣੀ ਚਾਚਾ ਦਾ ਕੇਂਦਰੀ ਪਾਤਰ ਜਿਹੜਾ ਬਾਲ ਸਿਆਂ, ਤਾਇਆ ਜਿਹੜਾ ਪਾਤਰ ਹੈ, ਤਾਇਆ ਹੋਣ ਦੇ ਬਾਵਜੂਦ ਚਾਚਾ ਖਵਾ ਕੇ ਖੁਸ਼ ਹੁੰਦਾ। ਉਹ ਨਜਾਇਜ਼ ਸ਼ਰਾਬ ਕਰਦਾ ਅਤੇ ਪੀਂਦਾ ਵੀ ਆ, ਤੀਵੀਆਂ ਦੀਆਂ ਗੱਲਾਂ ਵਿੱਚੋਂ ਸਵਾਦ ਲੈਂਦਾ ਅਤੇ ਆਪਣੇ ਵਿਆਹੇ ਹੋਣ ਦੀਆਂ ਮਨਘੜਤ ਕਹਾਣੀਆਂ ਤੋਰਦਾ, ਲੜਾਈ ਝਗੜਾ ਵੀ ਕਰ ਲੈਂਦਾ। ਪਰ ਇਹਨਾਂ ਸਭ ਗੱਲਾਂ ਦੇ ਬਾਵਜੂਦ ਉਹ ਕਹਾਣੀਕਾਰ ਦੀ ਮਾਨਵੀ ਸੁਹਿਰਦਤਾ ਦਾ ਪਾਤਰ ਬਣਿਆ ਰਹਿੰਦਾ ਹੈ। ਇਸ ਦਾ ਕਾਰਨ ਲੇਖਕ ਦੀ ਉਲਾਰ ਭਾਵੁਕਤਾ ਨਹੀਂ, ਮਨੁੱਖ ਦੀਆਂ ਸਰਬ ਵਿਆਪੀ ਅਤੇ ਸਮਾਨਿਆ ਲੋੜਾਂ ਦੀ ਵਿਗਿਆਨਕ ਸੋਝੀ ਹੈ। ਜਿਨਸੀ ਲੋੜਾਂ ਅਤੇ ਰਿਸ਼ਤਿਆਂ ਨਾਲ ਸੰਬੰਧਿਤ ਵਿਰਕ ਦੀਆਂ ਅਨੇਕ ਹੋਰ ਕਹਾਣੀਆਂ ਵਿੱਚ ਵੀ ਇਸੇ ਸਦੀਵੀ ਅਤੇ ਸਰਬ ਵਿਆਪੀ ਵਤੀਰੇ ਦਾ ਵੱਖਰੇ ਪ੍ਰਸੰਗਾਂ ਵਿੱਚ ਪ੍ਰਗਟਾਵਾ ਹੋਇਆ ਹੈ। ਵਿਰਕ ਦੀਆਂ ਕਹਾਣੀਆਂ ਵਿੱਚ ਲਾਲਸਾ ਕਾਮ ਅਨੁਵਾਦ ਦਾ ਰੂਪ ਧਾਰਨ ਨਹੀਂ ਕਰਦੀ। ਉਲਾਰ ਵਾਸ਼ਨਾ ਜਾਂ ਉਲਾਰ ਮੁਹੱਬਤ ਦਾ ਉਸ ਦੀਆਂ ਕਹਾਣੀਆਂ ਵਿੱਚ ਅਭਾਵ ਆ। ਇਹੀ ਕਾਰਨ ਹੈ ਕਿ ਉਹ ਇਸਤਰੀ ਪੁਰਸ਼ ਦੀ ਮੁਹੱਬਤ ਦੀਆਂ ਕਹਾਣੀਆਂ ਵਿੱਚ ਵੀ ਸਧਾਰਨ ਮਨੁੱਖੀ ਸ਼ਖਸੀਅਤ ਦੀਆਂ ਕਈ ਹੋਰ ਪਰਤਾਂ ਉੱਤੇ ਪ੍ਰਕਾਸ਼ ਪਾ ਜਾਂਦਾ ਹੈ। ਮਿਸਾਲ ਵਜੋਂ ਉਸ ਦੀ ਕਹਾਣੀ ਮੇਜਰ ਵਿੱਚ ਕਹਾਣੀ ਦਾ ਕੇਂਦਰੀ ਪਾਤਰ ਮੇਜਰ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ, ਪਰ ਜਿਉਂ ਹੀ ਲੜਾਈ ਵਿੱਚ ਜਾਣ ਦਾ ਉਸਨੂੰ ਸਰਕਾਰੀ ਹੁਕਮ ਮਿਲਦਾ, ਉਹ ਪੂਰੇ ਉਤਸ਼ਾਹ ਨਾਲ ਰਣ ਖੇਤਰ ਵਿੱਚ ਤੁਰ ਜਾਂਦਾ ਹੈ, ਇਹ ਜਾਣਦਾ ਹੋਇਆ ਕਿ ਸ਼ਾਇਦ ਉਹ ਲੜਾਈ ਵਿੱਚੋਂ ਜਿਉਂਦਾ ਨਾ ਪਰਤੇ। ਅਸਲ ਵਿੱਚ ਸਧਾਰਨ ਮਨੁੱਖ ਦੀ ਸਰਬ ਵਿਆਪੀ ਅਤੇ ਸਮਾਨਿਆ ਆਕਾਂਖਿਆ ਸਮਾਜਿਕ ਜੀਵਨ ਜਿਉਣ ਦੀ ਹੈ, ਜੋ ਵਿਰਕ ਦੀਆਂ ਕਹਾਣੀਆਂ ਵਿੱਚ ਵੱਖਰੇ ਸੰਦਰਭਾਂ ਵਿੱਚ ਪੇਸ਼ ਹੋਈ ਹੈ। ਇਸਤਰੀ ਪੁਰਸ਼ ਦੀ ਨੇੜਤਾ ਦੀ ਤਾਂਘ ਇਸ ਦਾ ਇੱਕ ਸੰਦਰਭ ਹੈ। ਦੂਸਰਾ ਸੰਦਰਭ ਮਨੁੱਖੀ ਸਾਂਝ ਦਾ ਹੈ, ਜੋ ਕਠੋਰ ਤੋਂ ਕਠੋਰ ਪਰਿਸਥਿਤੀਆਂ ਵਿੱਚ ਵੀ ਬਣੀ ਰਹਿੰਦੀ ਹੈ। ਮਿਸਾਲ ਵਜੋਂ ਦੁੱਧ ਦਾ ਛੱਪੜ ਕਹਾਣੀ ਵਿੱਚ ਲਾਲ ਅਤੇ ਦਿਆਲ ਚਾਚੇ ਤਾਏ ਦੇ ਪੁੱਤ ਭਰਾ ਹਨ। ਦੋਹਾਂ ਦੇ ਪਰਸਪਰ ਵਿਹਾਰ ਨੂੰ ਸ਼ਰੀਕੇ ਅਤੇ ਸਕੀਰੀ ਦੇ ਵਿਰੋਧੀ ਭਾਵ ਇੱਕੋ ਸਮੇਂ ਪ੍ਰਭਾਵਿਤ ਕਰਦੇ ਹਨ। ਨਿੱਕੀਆਂ ਗੱਲਾਂ ਉੱਤੇ ਦੋਵੇਂ ਇੱਕ ਦੂਜੇ ਦੀ ਵਧੀਕੀ ਨੂੰ ਚਿਤਾਰਦੇ ਹਨ, ਖਿੱਚਦੇ ਹਨ, ਬਦਲਾ ਲੈਣ ਦੀ ਵੀ ਸੋਚਦੇ ਹਨ, ਪਰ ਭਰਾ ਹੋਣ ਦਾ ਬੋਧ ਦੋਹਾਂ ਵਿਚਕਾਰ ਬੈਰ ਦਾ ਰਿਸ਼ਤਾ ਪੈਦਾ ਨਹੀਂ ਹੋਣ ਦਿੰਦਾ। ਇਸੇ ਤਰ੍ਹਾਂ ਸਾਂਝ ਕਹਾਣੀ ਵਿੱਚ ਪਿੰਡ ਦੇ ਸਰਦਾਰ ਦੇ ਫੌਜ ਵਿੱਚ ਮਾਰੇ ਗਏ ਪੁੱਤਰ ਦੇ ਭੋਗ ਉੱਤੇ ਸਮਾਜਿਕ ਆਰਥਿਕ ਵਿਤਕਰੇ ਦੇ ਚਿੰਨ੍ਹ ਸਪਸ਼ਟ ਭਾਵੇਂ ਦਿਖਾਈ ਦਿੰਦੇ ਹਨ। ਸਰਦਾਰ ਬੜੇ ਹੌਸਲੇ ਨਾਲ ਆਇਆਂ ਗਿਆਂ ਦੀ ਬੰਦੀ ਆਓ ਭਗਤ ਕਰ ਰਿਹਾ ਹੈ। ਉਹ ਆਪਣੇ ਦਿਲ ਦਾ ਦੁੱਖ ਆਪਣੇ ਬਰਾਬਰ ਦੀ ਧਿਰ ਦੇ ਕਿਸੇ ਬੰਦੇ ਨਾਲ ਸਾਂਝਾ ਨਹੀਂ ਕਰਦਾ, ਪਰ ਉਸ ਦਾ ਇੱਕ ਸਾਂਝੀ ਜਦ ਆਪਣੇ ਗੱਭਰੂ ਪੁੱਤ ਦੀ ਮੌਤ ਦੀ ਗੱਲ ਉਸ ਨਾਲ ਸਾਂਝੀ ਕਰਦਾ ਤਾਂ ਉਸ ਦਾ ਰੋਣ ਆਪ ਮੁਹਾਰੇ ਬਹਿ ਤੁਰਦਾ ਹੈ। ਇਸੇ ਤਰ੍ਹਾਂ 1947 ਦੇ ਪੰਜਾਬ ਦੇ ਸੰਪਰਦਾਇਕ ਫਸਾਦਾਂ ਬਾਰੇ ਬਹੁਤ ਕੁਝ ਲਿਖਿਆ ਮਿਲਦਾ, ਪਰ ਜਿਸ ਸਹਿਜ ਸਧਾਰਨ ਸੋਝੀ ਨਾਲ ਵਿਰਕ ਨੇ ਇਸ ਦੁਖਾਂਤ ਨੂੰ ਆਪਣੀਆਂ ਕਹਾਣੀਆਂ ਵਿੱਚ ਚਿਤਰਿਆ, ਉਹ ਲਾ ਮਿਸਾਲ ਆ। ਫਸਾਦਾਂ ਦੀ ਮਾਰ ਨਾਲ ਮਧੋਲੇ ਹੋਏ ਬੰਦਿਆਂ ਦਾ ਦੁੱਖ ਅਸਹਿ ਹੈ, ਪਰ ਦੁੱਖ ਨਾਲ ਉਮਰ ਭਰ ਦੀ ਸਾਂਝ ਬਣਾਈ ਰੱਖਣੀ ਵੀ ਮਨੁੱਖੀ ਫਿਤਰਤ ਦੇ ਉਲਟ ਹੈ। ਇਸੇ ਲਈ ਖੱਬਲ ਕਹਾਣੀ ਦੀ ਕੇਂਦਰੀ ਪਾਤਰ ਕੋਲੋਂ ਕਹਾਣੀਕਾਰ ਅਖਵਾਉਂਦਾ ਕਿ ਮੇਰੀ ਇੱਕ ਨਨਾਣ ਏ ਨਿੱਕੀ, ਮੈਂ ਉਹਨੂੰ ਹੱਥੀਂ ਪਾਲਿਆ ਏ, ਮਾਂ ਬਰੋਬਰ ਹਾਂ, ਉਹ ਮੇਰੇ ਕੋਲ ਆਵੇਗੀ, ਮੈਂ ਆਪ ਆਪਣੇ ਹੱਥੀਂ ਉਸਨੂੰ ਕਿਸੇ ਦੇ ਲੜ ਲਾਂਗੀ, ਮੇਰੀ ਸਾਂਝ ਵਧੇਗੀ, ਮੇਰੀਆਂ ਬਾਹੀਂ ਬਣਨਗੀਆਂ, ਮੈਂ ਕਿਸੇ ਨੂੰ ਆਪਣਾ ਆਖਣ ਵਾਲਾ ਬਣਾਂਗੀ। ਅਤੇ ਬੁੱਢੇ ਜੱਟ ਦੀ ਗੱਲ ਬਿਰਤਾਂਤਕਾਰ ਦੇ ਦਿਮਾਗ ਵਿੱਚ ਚੱਕਰ ਲਾਉਣ ਲੱਗ ਪੈਂਦੀ ਹੈ ਕਿ ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿੱਚ, ਜਦੋਂ ਬਾਹੀ ਦੀ ਏ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ, ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪੈਲੀਓਂ ਬਾਹਰ ਸੁੱਟ ਦੇਈਦਾ ਏ, ਪਰ 10 ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤਿੜ ਫੁੱਟ ਆਉਂਦੀ ਹੈ। ਇਹ ਬਿਰਕ ਦੀ ਕਹਾਣੀ ਕਲਾ ਦੀ ਬਹੁਤ ਵੱਡੀ ਮਿਸਾਲ ਆ। ਮੈਨੂੰ ਜਾਣਨਾ ਕਹਾਣੀ ਦਾ ਪਾਤਰ ਜਿਹੜਾ ਹੈ ਕੇਂਦਰੀ ਪਾਤਰ, ਉਹ ਵੀ ਖੱਬਲ ਕਹਾਣੀ ਦੀ ਪਾਤਰ ਵਾਂਗ ਹੀ ਸੰਪਰਦਾਇਕ ਫਸਾਦਾਂ ਦਾ ਮਧੋਲਿਆ ਹੋਇਆ ਹੈ। ਭਾਰਤ ਦੀ ਧਰਤੀ ਉੱਤੇ ਉਹਦੀ ਕੋਈ ਜਾਣ ਪਛਾਣ ਨਹੀਂ, ਜਿਸ ਕਰਕੇ ਉਹਦੇ ਵਿੱਚ ਜਿਉਣ ਦੀ ਲਾਲਸਾ ਮਰਦੀ ਮੁੱਕਦੀ ਜਾ ਰਹੀ ਹੈ। ਪਰ ਜਿਉਂ ਹੀ ਉਹਨੂੰ ਪਤਾ ਲੱਗਦਾ
ਕਿ ਉਹਦਾ ਕੋਈ ਗਰਾਈ ਇੱਧਰ ਭਾਰਤ ਵਿੱਚ ਵੱਸਦਾ ਹੈ, ਉਹਦੇ ਮਨ ਵਿੱਚ ਸਾਂਝ ਜਾਗ ਪੈਂਦੀ ਹੈ। ਉਹ ਜ਼ਿੰਦਗੀ ਜਿਉਣ ਲਈ ਮੁੜ ਜਿਹੜਾ ਜੁੜ ਜਾਂਦਾ ਹੈ। ਇਸੇ ਤਰ੍ਹਾਂ ਉਲਾਮਾ ਜਾਂ ਓਪਰੀ ਧਰਤੀ ਵਰਗੀਆਂ ਕਹਾਣੀਆਂ ਵੀ ਸੰਪਰਦਾਇਕ ਫਸਾਦਾਂ ਦੇ ਦੁਖਾਂਤ ਦਾ ਚਿੱਤਰ ਮੂਰਤੀਮਾਨ ਕਰਦੀਆਂ ਹਨ। ਸਧਾਰਨ ਮਨੁੱਖ ਦੇ ਸਦੀਵੀ ਅਤੇ ਸਰਬ ਵਿਆਪੀ ਲੱਛਣਾਂ ਦੀ ਉਹਨਾਂ ਦੇ ਇਤਿਹਾਸਕ ਸੰਦਰਭ ਵਿੱਚ ਪੇਸ਼ਕਾਰੀ ਵਿਰਕ ਦੀਆਂ ਕਹਾਣੀਆਂ ਦਾ ਦੂਸਰਾ ਉਗੜਵਾਂ ਲੱਛਣ ਹੈ। ਉਸ ਕੋਲ ਇਤਿਹਾਸਕ ਵੇਗ ਨਾਲ ਮਨੁੱਖ ਦੇ ਸਮਾਨਿਆ ਸੁਭਾਅ ਵਿੱਚ ਆਉਣ ਵਾਲੀ ਤਬਦੀਲੀ ਨੂੰ ਵੇਖ ਪਰਖ ਲੈਣ ਦੀ ਸਮਰੱਥਾ ਹੈ। ਉਹਨੂੰ ਮਨੁੱਖ ਦੀ ਮਨੁੱਖਤਾ ਵਿੱਚ ਵਿਸ਼ਵਾਸ ਹੈ। ਕਿਸੇ ਵਿਸ਼ੇਸ਼ ਇਤਿਹਾਸਕ ਪੜਾਅ ਉੱਤੇ ਮਨੁੱਖੀ ਵਿਹਾਰ ਦੀਆਂ ਪ੍ਰੇਰਕ ਕਦਰਾਂ ਕੀਮਤਾਂ ਅਪਣਾਉਣ ਯੋਗ ਹੁੰਦੀਆਂ ਹਨ। ਪਰ ਜਦੋਂ ਇਤਿਹਾਸ ਕਰਵਟ ਲੈਂਦਾ, ਇਤਿਹਾਸ ਜਦੋਂ ਬਦਲਦਾ, ਤਾਂ ਇਹ ਕਦਰਾਂ ਕੀਮਤਾਂ ਨਵੇਂ ਦੇ ਹਾਣ ਦੀਆਂ ਨਹੀਂ ਰਹਿੰਦੀਆਂ, ਜਿਸ ਕਰਕੇ ਪੁਰਾਣਾ ਖੁਰ ਰਹੇ ਦੇ ਵਿਗੋਚੇ ਦਾ ਦੁੱਖ ਭੋਗਣ ਲਈ ਮਜਬੂਰ ਹੁੰਦਾ ਹੈ। ਪੰਜਾਬੀ ਦੀ ਆਧੁਨਿਕ ਨਿੱਕੀ ਕਹਾਣੀ ਵਿੱਚ ਇਤਿਹਾਸਕ ਸੋਝੀ ਸਿਰਫ ਵਿਰਕ ਦੀਆਂ ਕਹਾਣੀਆਂ ਵਿੱਚ ਆਪਣੇ ਸਿਖਰ ਨੂੰ ਸਪਰਸ਼ ਕਰਦੀ ਹੈ। ਅਸੀਂ ਉਹਨਾਂ ਦੀ ਉਜਾੜ ਕਹਾਣੀ ਦੇਖ ਸਕਦੇ ਹਾਂ। ਉਜਾੜ ਕਹਾਣੀ ਦਾ ਕੇਂਦਰੀ ਪਾਤਰ ਆਲਾ ਸਿੰਘ ਆਪਣੇ ਨਾਮ ਅਨੁਸਾਰ ਆਲਾ ਹੈ, ਆਲਾ ਦਰਜੇ ਦਾ ਹੈ। ਉਹਦਾ ਸਰੀਰ ਐਡਾ ਵੱਡਾ ਤੇ ਤਗੜਾ ਕਿ ਨੇੜੇ ਤੇੜੇ ਦੇ ਪਿੰਡਾਂ ਵਿੱਚ ਉਸਦੇ ਮੇਚ ਦਾ ਬੰਦਾ ਕੋਈ ਨਹੀਂ ਸੀ। ਨਹਿਰਾਂ ਆਉਣ 'ਤੇ ਉਸ ਡੰਗਰ ਛੱਡ ਕੇ ਆਪਣੇ ਪੁਰਾਣੇ ਪਿੰਡ ਤੋਂ 5-6 ਕੋਹ ਦੂਰ ਆਪਣੀ ਭੋਏ ਵਿੱਚ ਆਪਣੇ ਨਵੇਂ ਪਿੰਡ ਦੀ ਨੀਂਹ ਰੱਖੀ ਸੀ। ਉਸ ਦੇ ਜ਼ੋਰ ਦੇਣ 'ਤੇ ਕੰਮੀਆਂ ਨੇ ਘਰ ਛੱਤਣ ਲਈ ਹੱਥ 'ਤੇ ਮਿਲੇ ਸਨ। ਕੰਮੀਆਂ ਨੂੰ ਉਸ ਹੀ ਸਾਰੇ ਪਿੰਡ ਨੂੰ ਉਦਮ ਦੇ ਕੇ ਖੂਹ ਲਵਾਇਆ ਸੀ। ਪਿੰਡ ਵਿੱਚ ਡਾਕਖਾਨਾ ਖੁਲਵਾਇਆ ਸੀ। ਪਰ ਪਿੰਡ ਦੀ ਵਿੱਚ ਜਦੋਂ ਦੀ ਪੁੱਠੀ ਹਵਾ ਵਗਣ ਲੱਗੀ ਹੈ, ਉਸ ਦੀ ਕੀਤੀ ਦਾ ਮੁੱਲ ਘਟਦਾ ਜਾ ਰਿਹਾ ਹੈ। ਤਾਂ ਇਹ ਪੁੱਠੀ ਹਵਾ ਨਵਾਂਪਨ, ਜਦੋਂ ਸਮੇਂ ਦੇ ਵਿੱਚ ਨਵਾਂਪਨ ਆਉਂਦਾ ਹੈ, ਜਦੋਂ ਇਤਿਹਾਸ ਕਰਵਟ ਲੈਂਦਾ ਹੈ। ਇਸੇ ਤਰ੍ਹਾਂ ਤੂੜੀ ਦੀ ਪੰਡ ਦਾ ਬਹਾਦਰ ਸਿੰਘ ਪਾਤਰ ਹੈ, ਜੋ ਉਹ ਆਲਾ ਸਿੰਘ ਦਾ ਹੀ ਪ੍ਰਤੀਰੂਪ ਹੈ। ਉਹ ਆਪਣੀ ਬਰਾਦਰੀ ਤੇ ਪਿੰਡ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਜਿਹੜਾ ਬਹੁਤ ਕੋਸ਼ਿਸ਼ ਕਰਦਾ ਹੈ, ਪਰ ਨਵੇਂ ਹਾਲਾਤ ਦੇ ਰੋੜ ਵਿੱਚ ਉਸ ਦੀ ਤੂੜੀ ਦੀ ਪੰਡ ਖੁੱਲ੍ਹ ਜਾਂਦੀ ਹੈ, ਜਿਸ ਦੇ ਕੱਖਾਂ ਨੂੰ ਫੜਿਆ ਹੁਣ ਕੁਝ ਨਹੀਂ ਸੌਰ ਸਕਦਾ। ਆਲਾ ਸਿੰਘ ਅਤੇ ਬਹਾਦਰ ਸਿੰਘ ਆਪਣੇ ਸਮੇਂ ਦੀਆਂ ਕਦਰਾਂ ਕੀਮਤਾਂ ਅਨੁਸਾਰ ਸਿਆਣੇ ਅਤੇ ਸਾਊ ਮਨੁੱਖ ਹਨ, ਪਰ ਉਹਨਾਂ ਦਾ ਆਪਾ ਪਰੰਪਰਾ ਨਾਲ ਇਸ ਪ੍ਰਕਾਰ ਬੱਝਿਆ ਹੋਇਆ ਹੈ ਕਿ ਉਹ ਨਵੇਂ ਦੇ ਲੜ ਨਹੀਂ ਲੱਗ ਸਕਦੇ। ਪੁਰਾਣਾ ਖੁਰ ਰਿਹਾ ਹੈ, ਨਵੇਂ ਦੇ ਉਹ ਮੇਚ ਨਹੀਂ ਆਉਂਦੇ, ਔਰ ਇਹੀ ਇਸ ਕਹਾਣੀ ਦੇ ਵਿੱਚ ਦੁਖਾਂਤ ਪੈਦਾ ਹੁੰਦਾ ਹੈ। ਸਧਾਰਨ ਮਨੁੱਖ ਦੇ ਚਰਿੱਤਰ ਅਤੇ ਵਿਹਾਰ ਪ੍ਰਤੀ ਵਿਰਕ ਦੀ ਪਹੁੰਚ ਇਤਨੀ ਸੁਹਿਰਦ ਅਤੇ ਪਰਪੱਕ ਹੈ ਕਿ ਉਸ ਨੂੰ ਮਨੁੱਖ ਦੇ ਦੋਸ਼ ਵੀ ਮਾਨਵੀ ਕਮਜ਼ੋਰੀਆਂ ਪ੍ਰਤੀਤ ਹੁੰਦੇ ਹਨ, ਜਿਸ ਕਰਕੇ ਉਸ ਦਾ ਇੱਕ ਵੀ ਪਾਤਰ ਤਰਸ ਜਾਂ ਘਿਰਨਾ ਦਾ ਪਾਤਰ ਬਣ ਕੇ ਨਹੀਂ ਉੱਭਰਦਾ। ਜਿਵੇਂ 2 ਆਨੇ ਦਾ ਘਾਹ ਦਾ ਸਰਦਾਰ ਬੂਟਾ ਸਿੰਘ ਆਪਣੇ ਗੁਆਂਢੀਆਂ ਦੇ ਲੱਖ ਕੰਮ ਸੰਵਾਰਦਾ, ਪਰ ਆਪਣੇ ਬਾਗ ਵਿੱਚੋਂ ਗੁਆਂਢੀਆਂ ਦੇ ਮੱਝੀ ਨੂੰ ਲਵਾ ਘਾਹ ਚਰਦਿਆਂ ਵੇਖ ਕੇ ਸਹਿ ਨਹੀਂ ਸਕਦਾ। ਘਾਹ ਵਰਗੀ ਨਿਗੂਣੀ ਚੀਜ਼ ਨਾਲ ਉਸਦਾ ਇਹ ਉਲਾਰ ਮੋਹ ਉਸਦੇ ਵਿਅਕਤੀ ਚਰਿੱਤਰ ਦੀ ਕਮਜ਼ੋਰੀ ਮਾਤਰ ਹੈ, ਜਿਸ ਦਾ ਕਾਰਨ ਉਸਦੇ ਬਚਪਨ ਵਿੱਚ ਮੌਜੂਦ ਹੈ। ਓਪਰੀ ਧਰਤੀ ਦਾ ਹਜ਼ਾਰਾ ਸਿੰਘ ਪੱਕਾ ਤੇ ਕੁਸ਼ਲ ਚੋਰ ਹੈ। ਕਹਾਣੀਕਾਰ ਨੂੰ ਉਸਦੀ ਚੋਰੀ ਨਾਲੋਂ ਵੀ ਵੱਧ ਇਸ ਗੱਲ ਨਾਲ ਮਤਲਬ ਹੈ ਕਿ ਓਪਰੀ ਧਰਤੀ ਉੱਤੇ ਆ ਕੇ ਉਸਦਾ ਕਰਤੱਵ ਵੀ ਦਮ ਤੋੜ ਬਹਿੰਦਾ ਹੈ। ਕਰਤੱਵ ਜੋ ਉਸਦਾ ਉਹਦੇ ਵਿੱਚ ਕਲਾ ਹੈ। ਖੱਬਲ ਦੀ ਔਰਤ ਫਸਾਦਾਂ ਦੀ ਮਧੋਲੀ ਹੋਈ ਔਰਤ ਹੈ। ਇਸੇ ਤਰ੍ਹਾਂ ਮੈਨੂੰ ਜਾਣਨੇ ਦਾ ਕੇਂਦਰੀ ਪਾਤਰ ਵੀ ਮਾਯੂਸੀ ਦਾ ਸ਼ਿਕਾਰ ਹੈ। ਪਰ ਇਹਨਾਂ ਦੋਹਾਂ ਵਿੱਚ ਜਿਉਣ ਦੀ ਲਾਲਸਾ ਅਜੇ ਵੀ ਕਾਇਮ ਹੈ, ਜਿਸ ਕਰਕੇ ਉਹ ਤਰਸ ਦੇ ਪਾਤਰ ਬਣਨ ਦੀ ਬਜਾਏ ਮਾਨਵੀ ਹਮਦਰਦੀ ਦੇ ਪਾਤਰ ਬਣ ਜਾਂਦੇ ਹਨ। ਆਪਣੇ ਪਾਤਰਾਂ ਦੀਆਂ ਕਮਜ਼ੋਰੀਆਂ ਉੱਤੇ ਉਹ ਵਿਅੰਗ ਕਰਦਾ, ਪਰ ਇਹ ਵਿਅੰਗ ਇਸ ਭਾਂਤ ਦਾ ਹੁੰਦਾ ਜਿਵੇਂ ਕੋਈ ਪਿਓ ਆਪਣੇ ਪੁੱਤਾਂ ਧੀਆਂ ਦੀਆਂ ਕਮਲੀਆਂ ਰਮਲੀਆਂ 'ਤੇ ਮੁਸਕਰਾ ਰਿਹਾ ਹੋਵੇ। ਵਿਰਕ ਦੀਆਂ ਕਹਾਣੀਆਂ ਦੀ ਰਚਨਾ ਵਿਧੀ ਵੀ ਸਹਿਜ ਸਧਾਰਨ ਨਾ ਭਾਬੀ ਸ਼ਬਦਾਂ ਵਿੱਚ ਇਸ ਉਕਤੀ ਦਾ ਇੱਕ ਅਰਥ ਤਾਂ ਇਹ ਹੈ ਕਿ ਉਹ ਕਹਾਣੀ ਵਿਚਲੇ ਪਾਤਰਾਂ ਅਤੇ ਸਥਿਤੀਆਂ ਨੂੰ ਅਤ ਭਾਵੁਕ ਦ੍ਰਿਸ਼ਟੀ ਤੋਂ ਨਹੀਂ ਚਿਤਵਦਾ। ਦੂਸਰੇ, ਉਸਦੀ ਕਹਾਣੀ ਵਿੱਚ ਘਟਨਾ ਦਾ ਨਾਟਕੀ ਵਿਕਾਸ ਨਹੀਂ ਹੁੰਦਾ। ਤੀਸਰੇ, ਉਸਦੀ ਕਹਾਣੀ ਵਿਚਲੀਆਂ ਸਥਿਤੀਆਂ ਨਾ ਤਾਂ ਕਾਰਨ ਕਾਰਜ ਸੰਬੰਧਾਂ ਵਿੱਚ ਬੱਝੀਆਂ ਹੁੰਦੀਆਂ ਤੇ ਨਾ ਹੀ ਉਹਨਾਂ ਦਾ ਸੰਬੰਧ ਕਹਾਣੀ ਦੇ ਕੇਂਦਰੀ ਪਾਤਰ ਨਾਲ ਹੁੰਦਾ। ਉਸਦੀ ਕਹਾਣੀ ਦੀ ਰਚਨਾ ਵਿਧੀ ਮੌਕਾ ਮੇਲ, ਕਾਇਆ ਕਲਪ, ਨਾਇਕ ਖਲਨਾਇਕ ਵਿਰੋਧ ਵਰਗੀਆਂ ਪਰੰਪਰਾਗਤ ਵਿਰਤਾਂਤਕ ਜੁਗਤਾਂ ਤੋਂ ਮੁਕਤ ਹੈ। ਇਸ ਤੋਂ ਇਲਾਵਾ ਉਸਦੀ ਕਹਾਣੀ ਦਾ ਸੰਗਠਨ ਨਾ ਆਦਰਸ਼ ਪ੍ਰੇਰਿਤ ਹੁੰਦਾ ਹੈ, ਨਾ ਸਿਧਾਂਤ ਪ੍ਰੇਰਿਤ, ਜਿਸ ਕਰਕੇ ਉਸਦੀ ਕਹਾਣੀ ਕਲਾ ਦ੍ਰਿਸ਼ਟਾਂਤਕ ਰਚਨਾ ਵਿਧੀ ਨਾਲ ਸੰਬੰਧਿਤ ਜੁਗਤਾਂ ਦੁਆਲੇ ਵੀ ਨਹੀਂ ਉਸਰੀ ਹੁੰਦੀ। ਹਾਂ ਭਾਬੀ ਸ਼ਬਦਾਂ ਵਿੱਚ ਉਸਦੀ ਕਹਾਣੀ ਸਹਿਜ ਸਧਾਰਨ ਬਿਰਤਾਂਤ ਜਾਂ ਵਰਣਨ ਹੀ ਹੁੰਦੀ ਹੈ। ਇੰਜ ਲੱਗਦਾ ਹੈ ਜਿਵੇਂ ਉਹ ਕਿਸੇ ਵੇਖੀ ਵਰਤੀ ਘਟਨਾ ਬਾਰੇ ਵਸਤੂ ਭਾਵੀ ਜਾਣਕਾਰੀ ਦੇ ਰਿਹਾ ਹੋਵੇ, ਜਾਂ ਅਨੁਭਵ ਆਧਾਰਿਤ ਕਿਸੇ ਸਥਿਤੀ ਜਾਂ ਪਾਤਰ ਨਾਲ ਜਾਣ ਪਛਾਣ ਕਰਾ ਰਿਹਾ ਹੋਵੇ।
ਕਹਾਣੀ ਦੇ ਅੰਤਲੇ ਕੁਝ ਵਾਕਾਂ ਨੂੰ ਛੱਡ ਕੇ ਆਮ ਤੌਰ 'ਤੇ ਉਸ ਦੀ ਹਰੇਕ ਕਹਾਣੀ ਬੜੇ ਸਧਾਰਨ ਢੰਗ ਨਾਲ ਸ਼ੁਰੂ ਹੁੰਦੀ ਹੈ ਅਤੇ ਬੜੇ ਠਰਮੇ ਨਾਲ ਘਟਨਾ, ਵਸਤੂ ਅਤੇ ਸਥਿਤੀ ਬਾਰੇ ਜਾਣਕਾਰੀ ਦੇ ਕੇ ਸਿਖਰ ਵੱਲ ਵੱਧਦੀ ਚਲੀ ਜਾਂਦੀ ਹੈ। ਵਿਰਕ ਦੀਆਂ ਕਹਾਣੀਆਂ ਦੀ ਮੁੱਖ ਰਚਨਾ ਜੁਗਤ ਟਾਕਰੇ ਦੀ ਜੁਗਤ ਹੈ। ਇਹ ਟਾਕਰਾ ਪਾਤਰ ਦੇ ਸੁਭਾਅ ਦਾ ਵੀ ਹੋ ਸਕਦਾ ਹੈ, ਜਿਸ ਤਰ੍ਹਾਂ ਦੋ ਆਨੇ ਦਾ ਘਾਹ ਦੇ ਵਿੱਚ ਹੈ। ਦੋ ਸਥਿਤੀਆਂ ਦਾ ਵੀ ਹੋ ਸਕਦਾ ਹੈ, ਜਿਸ ਤਰ੍ਹਾਂ ਸ਼ਾਹ ਵੇਲਾ ਦੇ ਵਿੱਚ ਹੈ। ਦੋ ਸਮਿਆਂ ਦਾ ਵੀ ਹੋ ਸਕਦਾ ਹੈ, ਜਿਸ ਤਰ੍ਹਾਂ ਉਜਾੜ ਅਤੇ ਤੂੜੀ ਦੀ ਪੰਡ ਦੇ ਵਿੱਚ ਹੈ। ਸਮੁੱਚੇ ਤੌਰ 'ਤੇ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿੱਚ ਪੇਸ਼ ਮਨੁੱਖ ਨਿੱਕਾ ਜਾਂ ਨਿਗੂਣਾ ਤਾਂ ਉੱਕਾ ਨਹੀਂ, ਉਹ ਆਪਣੀਆਂ ਸੰਭਾਵਨਾਵਾਂ ਤੋਂ ਵੀ ਊਣਾ ਨਹੀਂ। ਇਹ ਮਨੁੱਖ ਸਧਾਰਨ ਰਹਿੰਦਾ ਹੋਇਆ ਜ਼ਿੰਦਗੀ ਦੇ ਵਿਕਾਸ ਵਿੱਚ ਆਪਣਾ ਬਣਦਾ ਹਿੱਸਾ ਪਾ ਰਿਹਾ ਹੈ। ਇਸੇ ਵਿੱਚ ਉਸ ਦੀ ਵਡਿਆਈ ਹੈ। ਧਰਤੀ ਹੇਠਲਾ ਬੌਲਦ ਦਾ ਕਰਤਾਰ ਸਿੰਘ ਮਾਰਕੇਬਾਜ਼ ਨਹੀਂ, ਨਾ ਹੀ ਕੋਈ ਮਾਰਕੇ ਦਾ ਕੰਮ ਕਰਦਾ ਹੈ, ਪਰ ਆਪਣੇ ਮੋਏ ਪੁੱਤ ਦੀ ਮੌਤ ਬਾਰੇ ਉਸਦੇ ਦੋਸਤ ਨੂੰ ਇਸ ਲਈ ਨਹੀਂ ਦੱਸਦਾ ਕਿ ਛੁੱਟੀ ਆਏ ਜਵਾਨ ਦੀਆਂ ਛੁੱਟੀਆਂ ਖਰਾਬ ਨਾ ਹੋਣ। ਆਪਣੇ ਇਸੇ ਕਿਰਦਾਰ ਕਰਕੇ ਕਹਾਣੀਕਾਰ ਨੂੰ ਉਹ ਅਜਿਹਾ ਬੌਲਦ ਲੱਗਦਾ ਜਿਸ ਦੇ ਸਿੰਗਾਂ 'ਤੇ ਧਰਤੀ ਖਲੋਤੀ ਹੋਵੇ। ਇਸੇ ਤਰ੍ਹਾਂ ਸ਼ੇਰਨੀਆਂ ਵਿਚਲੀਆਂ ਕੁੜੀਆਂ ਆਪਣੇ ਰੋਜ਼ਗਾਰ ਵਾਲੀ ਥਾਂ ਉੱਤੇ ਸਮੇਂ ਸਿਰ ਪਹੁੰਚਣ ਲਈ ਸਾਈਕਲ ਸਿੱਖਦੀਆਂ। ਭਾਵੇਂ ਹਨੇਰੇ ਸਵੇਰੇ ਫਿਰਨ ਤੁਰਨ ਵਾਲੀਆਂ ਕੁੜੀਆਂ ਨੂੰ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਹਨ, ਪਰ ਲੇਖਕ ਦੀਆਂ ਨਜ਼ਰਾਂ ਵਿੱਚ ਉਹ ਸ਼ੇਰਨੀਆਂ ਹਨ। ਇਸੇ ਤਰ੍ਹਾਂ ਨਮਸਕਾਰ ਕਹਾਣੀ ਦੀ ਡਾਕਟਰ ਕੁੜੀ ਕਿਸੇ ਪਿੰਡ ਵਿੱਚ ਆਪਣੀ ਡਿਊਟੀ ਉੱਤੇ ਪਹੁੰਚਣ ਲਈ ਉਤਾਵਲੀ ਹੈ, ਪਰ ਉਸ ਵਿਅਕਤੀ ਤੋਂ ਨਮਸਕਾਰ ਖੱਟਦੀ ਹੈ ਜਿਸ ਨੇ ਕਿਸੇ ਮਨੁੱਖ ਨੂੰ ਨਮਸਕਾਰ ਨਹੀਂ ਕੀਤਾ ਸੀ। ਅਸਲ ਵਿੱਚ ਲੇਖਕ ਦੀ ਨਜ਼ਰ ਸਧਾਰਨ ਮਨੁੱਖ ਵਿਚਲੀ ਚੰਗਿਆਈ ਨੂੰ ਝੱਟ ਪਛਾਣ ਲੈਂਦੀ ਹੈ, ਭਾਵੇਂ ਉਹ ਕਿਸੇ ਯੁੱਗ ਦਾ ਹੋਵੇ ਅਤੇ ਭਾਵੇਂ ਹੀ ਚੋਰ ਉਚੱਕਾ ਹੀ ਕਿਉਂ ਨਾ ਹੋਵੇ। ਇਹ ਗੱਲ ਵੱਖਰੀ ਹੈ ਕਿ ਨਵੇਂ ਯੁੱਗ ਵਿੱਚ ਪੁਰਾਣੀ ਕਿਸਮ ਦੀ ਸਦਭਾਵਨਾ ਪੁੱਗਦੀ ਨਹੀਂ ਅਤੇ ਲੇਖਕ ਨੂੰ ਇਸ ਗੱਲ ਦੀ ਸੋਝੀ ਹੈ, ਜੋ ਕਿ ਉਸਦੇ ਇਤਿਹਾਸਕ ਬੋਧ ਦਾ ਪ੍ਰਮਾਣ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੇਰੀਆਂ ਸ੍ਰੇਸ਼ਟ ਕਹਾਣੀਆਂ ਕੁਲਵੰਤ ਸਿੰਘ ਵਿਰਕ ਦੀਆਂ ਬਹੁਤ ਹੀ ਲਾਜਵਾਬ ਕਹਾਣੀਆਂ ਇਸ ਸੰਗ੍ਰਹਿ ਦੇ ਵਿੱਚ ਸ਼ਾਮਲ ਹਨ। ਇਸ ਸੰਗ੍ਰਹਿ ਦੇ ਵਿੱਚ ਕੁੱਲ 30 ਕਹਾਣੀਆਂ ਜਿਹੜੀਆਂ ਸ਼ਾਮਲ ਹਨ ਔਰ ਸਾਰੀਆਂ ਹੀ ਆਪਣੇ ਆਪ ਦੇ ਵਿੱਚ ਜੋ ਲਾਮਿਸਾਲ ਹਨ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸ ਗੱਲਬਾਤ ਨੂੰ ਧਿਆਨ ਨਾਲ ਸੁਣੋ, ਸਮਝੋ ਅਤੇ ਆਪਣਾ ਕੁਲਵੰਤ ਸਿੰਘ ਵਿਰਕ ਅਤੇ ਉਸਦੇ ਇਸ ਕਹਾਣੀ ਸੰਗ੍ਰਹਿ ਪ੍ਰਤੀ ਆਪਣੀ ਇੱਕ ਵਿਸ਼ੇਸ਼ ਵਿਚਾਰਧਾਰਾ ਸਿਰਜੋ। ਧੰਨਵਾਦ।